ਗੁਰੂ ਪਿਆਰਿਓ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖ ਸਾਨੂੰ ਗੁਰਦੁਆਰਾ ਸਾਹਿਬ ਜਾਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਉੱਥੇ ਜਾ ਕੇ ਕਿਹੜੇ ਕਿਹੜੇ ਅਤੀ ਜ਼ਰੂਰੀ ਕੰਮ ਆ ਕਾਰਜ ਆ ਜਿਹੜੇ ਕਰਨੇ ਚਾਹੀਦੇ ਆ। ਫਿਰ ਸਾਨੂੰ ਗੁਰੂ ਘਰ ਤੋਂ ਬਹੁਤ ਖੁਸ਼ੀਆਂ ਮਿਲਣਗੀਆਂ ਜੇ ਬਾਬਾ ਜੀ ਦੇ ਬਚਨ ਅਸੀਂ ਮਹਾਂਪੁਰਖਾਂ ਦੇ ਮੰਨ ਲਵਾਂਗੇ, ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਸਾਡੇ ਭਲੇ ਵਾਸਤੇ ਹੀ ਹੁੰਦੇ ਆ। ਦੇਖੋ, ਇਹ ਤਾਂ ਅਸੀਂ ਤਕਰੀਬਨ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਹੱਥ ਪੈਰ ਧੋਣੇ ਜ਼ਰੂਰੀ ਆ, ਜਰਾਬਾਂ ਉਤਾਰਨੀਆਂ ਜ਼ਰੂਰੀ ਆ। ਪਰ ਮਹਾਂਪੁਰਖਾਂ ਨੇ ਜੋ ਵਿਧੀ ਦੱਸੀ ਆ ਉਹ ਬਹੁਤਿਆਂ ਨੂੰ ਨਹੀਂ ਪਤਾ। ਆਓ ਜੀ ਆਪਾਂ ਸਮਝਦੇ ਹਾਂ ਉਹ ਵਿਚਾਰ ਕਿਹੜੇ ਕਿਹੜੇ ਹਨ। ਜਦੋਂ ਬਾਬਾ ਆਨੰਦ ਸਿੰਘ ਜੀ ਨੇ ਇੱਕ ਵਾਰੀ ਆਖਿਆ ਸੀ ਕਿ ਦੇਖੋ ਜੀ, ਜਦੋਂ ਗੁਰੂ ਸਾਹਿਬ ਜੀ ਦੇ ਕਮਰੇ ਵਿੱਚ ਜਾਣਾ ਹੋਵੇ ਜਾਂ ਆਪਾਂ ਘਰ ਵਿੱਚ ਕਈ ਵਾਰੀ ਸ੍ਰੀ ਸਹਿਜ ਪਾਠ ਸੁਖਮਨੀ ਸਾਹਿਬ ਪ੍ਰਕਾਸ਼ ਕਰਵਾਉਂਦੇ ਹਾਂ ਤਾਂ ਉਦੋਂ ਫਿਰ ਆਪਾਂ ਕਮਰੇ ਦੀ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਕਈ ਵਾਰੀ ਸਿੱਧਾ ਹੀ ਅੰਦਰ ਚਲੇ ਜਾਂਦੇ ਹਾਂ। ਸਾਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਇਹ ਕਰਮ, ਕਿਉਂਕਿ ਇੱਦਾਂ ਨਹੀਂ, ਇਹਦੇ ਵਿੱਚ ਅਦਬ ਨਹੀਂ ਹੁੰਦਾ। ਅਦਬ ਕਿਵੇਂ ਬਣੇਗਾ? ਦੇਖੋ ਜੀ, ਗੁਰੂ ਸਾਹਿਬ ਜੀ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਸਤਿਨਾਮ ਸ੍ਰੀ ਵਾਹਿਗੁਰੂ ਕਹਿਣਾ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਹੁਣ ਆਖੋਗੇ ਕਿਉਂ? ਦੇਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਆਵਾਜ਼ ਦੇਣੀ ਆ, ਜਿਵੇਂ ਜਿਸ ਤਰ੍ਹਾਂ ਕਿਸੇ ਵਿਦਿਆਰਥੀ ਨੇ ਹੈੱਡ ਮਾਸਟਰ ਦੇ ਕਮਰੇ ਵਿੱਚ ਜਾਣਾ ਹੋਵੇ ਨਾ, ਅਤੇ ਉਹ ਕਮਰੇ ਦੇ ਬਾਹਰ ਖੜ੍ਹਾ ਹੋ ਕੇ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਕਹਿੰਦਾ ਕੀ ਮੈਂ ਅੰਦਰ ਆ ਸਕਦਾ। ਜਿਵੇਂ ਬੱਚੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਮੇ ਆਈ ਕਮ ਇਨ ਸਰ, ਇਸ ਤਰ੍ਹਾਂ ਪੁੱਛਦੇ ਆ ਨਾ, ਸਿੱਧੇ ਤਾਂ ਨਹੀਂ ਨਾ ਜਾਂਦੇ ਅੰਦਰ। ਇਵੇਂ ਫਿਰ ਉਹ ਕਮਰੇ ਵਿੱਚ ਉਹਨਾਂ ਨੂੰ ਜੇ ਆਗਿਆ ਮਿਲਦੀ ਆ ਉਹ ਦਾਖਲ ਹੁੰਦੇ ਆ। ਅਤੇ ਜੇ ਆਪਾਂ ਵੀ ਕਈ ਵਾਰੀ ਆਪਣੇ ਬੱਚਿਆਂ ਦੇ ਨਾਲ ਸਕੂਲ ਵਿੱਚ ਜਾਈਏ ਅਤੇ ਹੈੱਡ ਮਾਸਟਰ ਦੇ ਕਮਰੇ ਵਿੱਚ ਸਿੱਧੇ ਹੀ ਚਲੇ ਜਾਈਏ, ਉਹ ਕੀ ਕਹਿਣਗੇ ਕਿ ਇਹਨਾਂ ਨੂੰ ਇਹ ਨੈਤਿਕਤਾ ਨਹੀਂ ਆਉਂਦੀ। ਅਤੇ ਅਫਸਰ ਦੇ ਕਮਰੇ ਵਿੱਚ ਅਸੀਂ ਸਿੱਧੇ ਨਹੀਂ ਜਾ ਸਕਦੇ, ਕੋਰਟ ਕਚਹਿਰੀਆਂ 'ਚ ਅਸੀਂ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤਾਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਭਾਈ ਸਾਰੀ ਸ੍ਰਿਸ਼ਟੀ ਦੇ ਮਾਲਕ ਆ। ਕਿਸੇ ਅਫਸਰ ਦੇ ਕਮਰੇ 'ਚ ਜਾਣਾ ਹੋਵੇ ਦੁਨਿਆਵੀ, ਦਰਵਾਜ਼ੇ ਦੇ ਬਾਹਰ ਖੜ੍ਹ ਕੇ ਆਪਾਂ ਕਿੰਨੀ ਵਾਰੀ ਪੁੱਛਦੇ ਹਾਂ ਡਰ ਕੇ। ਇਸ ਕਰਕੇ ਭਉ ਬੜਾ ਜ਼ਰੂਰੀ ਆ। ਭਾਉ ਅਤੇ ਭਉ ਹੁੰਦਾ ਗੁਰੂ ਦਾ ਭੈ ਹੋਣਾ, ਭਾਉ ਹੁੰਦਾ ਪ੍ਰੇਮ ਹੋਣਾ। ਇਸੇ ਤਰ੍ਹਾਂ ਜਦੋਂ ਅਫਸਰਾਂ ਨੂੰ ਬਣਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੇ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਜਾਣਾ ਹੋਵੇ ਜਾਂ ਗੁਰਦੁਆਰਾ ਸਾਹਿਬ ਵੀ ਜਾਣਾ ਹੋਵੇ, ਪਹਿਲਾਂ ਬੜੇ ਸਤਿਕਾਰ ਦੇ ਨਾਲ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੀ ਆਵਾਜ਼ ਦਿਓ, ਫਿਰ ਬਿਰਤੀ ਨਾਲ ਸੀਸ ਝੁਕਾਓ, ਫਿਰ ਅੰਦਰ ਜਾਓ। ਇਹ ਨਿਰਮਲ ਭਉ ਆ। ਨਿਰਮਲ ਭਉ ਅਤੇ ਭਾਵਨਾ ਨੇ ਹੀ ਭਗਤੀ ਬਣਨਾ, ਬਾਬਾ ਆਨੰਦ ਸਿੰਘ ਜੀ ਕਹਿੰਦੇ। ਦੇਖੋ ਜੀ, ਕਈ ਵਾਰੀ ਨਾ ਬਾਹਰਲੇ ਦੇਸ਼ਾਂ ਵਿੱਚ ਜ਼ਿਆਦਾ ਹੁੰਦਾ। ਪਿੱਛੇ ਜੇ ਕੋਈ ਗੁਰਮੁਖ ਪਿਆਰੇ ਅਮਰੀਕਾ ਗਏ, ਕੀਰਤਨ ਦੀ ਹਾਜ਼ਰੀ ਸੀ ਉਹਨਾਂ ਦੀ, ਉੱਥੇ ਦੇਖਿਆ ਵੀ ਇੱਕ ਬਜ਼ੁਰਗ ਗੁਰੂ ਮਹਾਰਾਜ ਦੀ ਤਾਬਿਆ ਬੈਠਾ ਸੀ, ਉਹਨੇ ਜਰਾਬਾਂ ਪਾਈਆਂ ਹੋਈਆਂ ਸੀ। ਅਤੇ ਉਹਨਾਂ ਨੇ ਜਦੋਂ ਦੇਖਿਆ, ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਦੀ ਤਾਬਿਆ ਜਰਾਬਾਂ ਪਾ ਕੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਜਰਾਬਾਂ ਜੋੜਿਆਂ ਨਾਲ ਲੱਗੀਆਂ ਹੋਣ ਕਾਰਨ ਜੂਠੀਆਂ ਹੁੰਦੀਆਂ ਨੇ, ਅਤੇ ਨਾਲੇ ਸਾਧ ਸੰਗਤ ਜੀ ਪੈਰ ਦੇ ਪਸੀਨੇ ਦੀ ਬਦਬੂ ਵੀ ਹੁੰਦੀ ਆ। ਅਤੇ ਉਹ ਫਿਰ ਜਿਹੜਾ ਸਰੀਰ ਸੀ ਨਾ, ਉਹਨਾਂ ਨੂੰ ਕਹਿਣ ਲੱਗਾ ਜੀ ਤੁਸੀਂ ਕੀਰਤਨ ਕਰੋ, ਇੱਥੇ ਤਾਂ ਇਹੋ ਜਿਹਾ ਚੱਲਦਾ ਹੀ ਰਹਿੰਦਾ। ਉਹਨਾਂ ਨੇ ਬੇਨਤੀ ਕੀਤੀ ਗੱਲ ਇਹ ਨਹੀਂ ਕਿ ਇੱਥੇ ਸਭ ਚੱਲਦਾ, ਸਾਡਾ ਕੇਂਦਰ ਹੈ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦਾ ਘਰ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਪੁੱਛਿਆ ਤੁਸੀਂ ਸੱਚ ਦੱਸੋ ਉੱਥੇ ਗਏ ਹੋ ਕਦੇ? ਕਹਿਣ ਲੱਗਾ ਹਾਂ, ਜਦੋਂ ਅਸੀਂ ਪੰਜਾਬ ਜਾਂਦੇ ਹਾਂ, ਇੰਡੀਆ ਜਾਂਦੇ ਅਤੇ 3-4 ਵਾਰੀ ਮੈਂ ਦਰਸ਼ਨ ਕੀਤੇ ਆ ਸ੍ਰੀ ਹਰਿਮੰਦਰ ਸਾਹਿਬ ਦੇ। ਫਿਰ ਉਹ ਕਹਿਣ ਲੱਗੇ ਫਿਰ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਨਾ, ਤੁਸੀਂ ਜਾਣਦੇ ਹੀ ਹੋ ਇਹ ਗੱਲ ਕਿ ਉੱਥੇ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਅਤੇ ਜਰਾਬਾਂ ਜਿਹੜੀਆਂ ਪਾ ਕੇ ਤਾਬਿਆ ਬੈਠਣਾ ਤਾਂ ਇੱਕ ਪਾਸੇ ਰਿਹਾ, ਉੱਥੇ ਤਾਂ ਜੇ ਕੋਈ ਪ੍ਰਕਰਮਾਂ ਵਿੱਚ ਵੀ ਜਰਾਬਾਂ ਪਾ ਕੇ ਜਾਵੇ ਨਾ ਅਤੇ ਸੇਵਾਦਾਰ ਰੋਕ ਦਿੰਦੇ ਆ, ਲਵਾਉਂਦੇ ਆ, ਮਨਾ ਕਰਦੇ ਆ ਅਤੇ ਖੜ੍ਹੇ ਹੁੰਦੇ ਨੇ ਕਿ ਚਰਨ ਧੋ ਕੇ ਹੀ ਅੱਗੇ ਜਾਓ। ਜੇ ਕੋਈ ਨਹੀਂ ਧੋਂਦਾ ਉਹਨੂੰ ਕਹਿੰਦੇ ਆ। ਪ੍ਰਕਰਮਾਂ ਵਿੱਚ ਵੀ ਜਰਾਬਾਂ ਉਤਾਰ ਕੇ ਪੈਰ ਧੋ ਕੇ ਜਾਣਾ ਪੈਂਦਾ। ਇਹ ਦਲੀਲ ਦੇ ਨਾਲ ਫਿਰ ਬਜ਼ੁਰਗ ਮੰਨੇ ਵੀ ਮੈਥੋਂ ਗਲਤੀ ਹੋ ਗਈ।
ਜਰਾਬਾਂ ਪਾ ਕੇ ਜਾਣਾ ਗੁਰੂ ਘਰ ਦੇ ਵਿੱਚ ਨਿਰਮਲ ਭਾਵ ਨਹੀਂ ਹੈ। ਬਹੁਤ ਲੋੜ ਆ ਸੁਚਮਤਾ ਦੀ ਵੀ, ਕਿਉਂਕਿ ਸਫਾਈ, ਸੱਚਾਈ, ਖੁਦਾਈ, ਇਹਨਾਂ ਤਿੰਨਾਂ ਚੀਜ਼ਾਂ ਦਾ ਮੇਲਾ ਬਾਬਾ ਨੰਦ ਸਿੰਘ ਜੀ ਕਹਿੰਦੇ। ਦੇਖੋ ਬਹੁਤ ਵੱਡੀ ਗੱਲ ਆ, ਇੱਕ ਤਾਂ ਗੁਰਦੁਆਰਾ ਸਾਹਿਬ ਦੀ ਸਫਾਈ ਅਤੇ ਇੱਕ ਸੱਚਾਈ ਅਤੇ ਖੁਦਾਈ, ਇਹ ਤਿੰਨੇ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਇਸ ਤਰ੍ਹਾਂ ਕਿਉਂ ਹੋ ਗਿਆ, ਇਹ ਕਿਉਂ ਹੋ ਗਿਆ ਜੀ। ਜਿੱਥੇ ਸਫਾਈ ਅਤੇ ਸੱਚਾਈ ਆ ਨਾ ਉੱਥੇ ਖੁਦਾ। ਬਾਕੀ ਗੁਰੂ ਸਾਹਿਬ ਜੀ ਦੀ ਤਾਬਿਆ ਬੈਠਣ ਵੇਲੇ ਨੂੰ ਤਾਂ ਅਗਰ ਹੋ ਸਕੇ ਕੇਸੀ ਇਸ਼ਨਾਨ ਵੀ ਕਰਨਾ ਚਾਹੀਦਾ। ਇਹ ਗੱਲਾਂ ਜ਼ਰੂਰੀ ਆ। ਬਾਬਾ ਨੰਦ ਸਿੰਘ ਜੀ ਕਹਿੰਦੇ ਜੇ ਨਹੀਂ ਤਾਂ ਇਸ਼ਨਾਨ ਤਾਂ ਰੋਜ਼ ਕਰਨਾ ਬਹੁਤ ਜ਼ਰੂਰੀ ਆ। ਬਾਬਾ ਈਸਰ ਸਿੰਘ ਜੀ ਨੇ ਇੱਕ ਵਾਰੀ ਕਿਸੇ ਸ਼ਹਿਰ ਵਿੱਚ 10 ਦਿਨ ਦਾ ਸਮਾਗਮ ਰੱਖਿਆ। ਉਹਨਾਂ ਕੋਲ ਤੀਜੇ ਦਿਨ 4-5 ਪ੍ਰਬੰਧਕ ਆ ਗਏ। ਕਹਿਣ ਲੱਗੇ ਜੀ ਸਾਡੇ ਗੁਰਦੁਆਰਾ ਸਾਹਿਬ ਵੀ ਹਾਜ਼ਰੀ ਭਰ ਦਿਓ। ਬਾਬਾ ਜੀ ਕਹਿੰਦੇ ਕਿ ਗੁਰੂ ਸਾਹਿਬ ਤੋਂ ਹੁਕਮਨਾਮਾ ਲੈ ਲੈਂਦੇ ਹਾਂ, ਜੇ ਗੁਰੂ ਮਹਾਰਾਜ ਵੱਲੋਂ ਮਨਜ਼ੂਰੀ ਮਿਲ ਗਈ ਤਾਂ ਜ਼ਰੂਰ ਆਗਿਆ ਹੋ ਜਾਵੇਗੀ ਤਾਂ ਚੱਲਾਂਗੇ। ਅਜੇ ਗੱਲਬਾਤ ਚੱਲਦੀ ਰਹੀ ਆ, ਬਾਬਾ ਜੀ ਦੀ ਨਜ਼ਰ ਅਚਨਚੇਤ ਉਹਨਾਂ ਪ੍ਰਬੰਧਕਾਂ ਦੇ ਖੜ੍ਹੇ ਹੋਣ ਦੇ ਤਰੀਕੇ 'ਤੇ ਪਈ। ਮੈਂ ਤੁਹਾਨੂੰ ਦੱਸਦਾ ਵੀ ਇਹ ਚੀਜ਼ਾਂ ਕਿੰਨੀਆਂ ਅਸਰ ਕਰਦੀਆਂ। ਉਹਨਾਂ ਵਿੱਚੋਂ 3 ਪ੍ਰਬੰਧਕ ਜਿਹੜੇ ਸੀ ਉਹਨਾਂ ਨੇ ਪਿੱਠ ਦੇ ਪਿੱਛੇ ਹੱਥ ਰੱਖ ਕੇ ਖੜ੍ਹੇ ਸਨ। ਖੜ੍ਹੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹਾਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਗੁਰੂ ਸਾਹਿਬ ਜੀ ਦਾ। ਮਹਾਂਪੁਰਖ ਕਿਉਂਕਿ ਹਾਜ਼ਰ ਨਾਜ਼ਰ ਸਮਝਦੇ ਸੀ। ਦੇਖੋ ਕਈ ਲੋਕ ਹੋਣਗੇ ਜਿਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ, ਪਰ ਮਹਾਂਪੁਰਖਾਂ ਲਈ ਤਾਂ ਬਹੁਤ ਸੀ ਨਾ। ਕਹਿਣ ਲੱਗੇ ਭਾਈ ਦੇਖੋ ਤੁਸੀਂ ਹੋ ਪ੍ਰਬੰਧਕ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਖੜ੍ਹੇ ਹੋਣਾ ਚਾਹੀਦਾ। ਭਾਈ ਪਹਿਲਾਂ ਅਦਬ ਤਾਂ ਸਿੱਖ ਲਓ, ਦੀਵਾਨ ਵਿੱਚ ਹਾਜ਼ਰੀ ਬਾਅਦ 'ਚੋਂ ਭਰ ਦਾਂਗੇ। ਬਾਬਾ ਜੀ ਕਹਿੰਦੇ ਇਸ ਤਰ੍ਹਾਂ ਪਿੱਛੇ ਹੱਥ ਤਾਂ ਪੁਲਿਸ ਵਾਲੇ ਉਹਨਾਂ ਦੇ ਕਰਦੇ ਆ ਜਿਨ੍ਹਾਂ ਨੂੰ ਹੱਥ ਕੜੀ ਲੱਗੀ ਹੋਵੇ। ਲਫ਼ਜ਼ ਥੋੜ੍ਹੇ ਸਖਤ ਸੀਗੇ। ਬਾਬਾ ਜੀ ਕਹਿੰਦੇ ਜਮਦੂਤ ਵੀ ਇੱਦਾਂ ਹੀ ਖੜ੍ਹਾ ਕਰਦੇ ਆ। ਉਹਨਾਂ ਨੂੰ ਸਮਝਾਇਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਦੇ ਵੀ ਇੰਝ ਪਿੱਛੇ ਬਾਹਾਂ ਖੜੀਆਂ ਕਰਕੇ ਖਲੋਣਾ ਹਉਮੈ ਦੀ ਨਿਸ਼ਾਨੀ ਆ। ਸਾਨੂੰ ਨਿਰਮਲ ਭਾਵ ਵਿੱਚ ਰਹਿਣਾ ਬਣਦਾ ਭਾਈ। ਇਹ ਭਾਵਨਾਵਾਂ ਗੁਰੂ ਸਾਹਿਬ ਜੀ ਦੇ ਸਤਿਕਾਰ ਭਾਵ ਦੀਆਂ ਸਾਨੂੰ ਮਹਾਂਪੁਰਖਾਂ ਤੋਂ ਮਿਲਦੀਆਂ ਨੇ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤ ਰਵਿਦਾਸ ਜੀ ਕਹਿੰਦੇ ਕਿ ਭਾਉ ਤੋਂ ਬਿਨਾਂ ਕਿਵੇਂ ਭਗਤੀ ਕਰ ਲੂੰਗੇ, ਪ੍ਰੇਮ ਤੋਂ ਬਿਨਾਂ ਭਗਤੀ ਹੋ ਜਾਏਗੀ, ਨਹੀਂ ਹੋ ਸਕਦੀ। ਫਿਰ ਜਿਹੜੀ ਇੱਥੇ ਤੀਜੀ ਗੱਲ ਮੈਂ ਆਪ ਜੀ ਨੂੰ ਦੱਸਣੀ ਆ ਉਹ ਵੀ ਬੜੀ ਜ਼ਰੂਰੀ ਆ। ਬਾਬਾ ਨੰਦ ਸਿੰਘ ਜੀ ਦਾ ਕਦੇ ਜੀਵਨ ਪੜ੍ਹਿਓ ਮਹਾਂਪੁਰਖਾਂ ਦਾ, ਕਦੀ ਵੀ ਬੈਠ ਕੇ ਚੌਰ ਸਾਹਿਬ ਨਹੀਂ ਸੀ ਕਰਦੇ, ਕਿਉਂਕਿ ਭਾਵਨਾ ਬਣਾਉਂਦੇ ਸੀ ਕਿ ਮਾਲਕ ਬੈਠਾ। ਕਹਿੰਦੇ ਸਨ ਬੈਠ ਕੇ ਚੌਰ ਸਾਹਿਬ ਕਰਨ ਨਾਲ ਨਾ ਚੌਰ ਮਾਲਕ ਦੀ ਦਸਤਾਰ 'ਤੇ ਵੱਜਦੀ ਆ। ਚੌਰ ਸਾਹਿਬ ਜਦੋਂ ਆਪਾਂ ਕਰਦੇ ਹਾਂ ਸਾਡੇ ਲਈ ਵੀ ਸਿੱਖਿਆ ਹੈ, ਹਮੇਸ਼ਾ ਇਸ ਤਰ੍ਹਾਂ ਚੌਰ ਸਾਹਿਬ ਕਰੋ ਕਿ ਉਹ ਮਹਾਰਾਜ ਦੇ ਅੰਗਾਂ ਦੇ ਨਾਲ ਨਾ ਛੂਹ ਜਾਵੇ। ਹਮੇਸ਼ਾ ਖੜ੍ਹੇ ਹੋ ਕੇ ਚੌਰ ਸਾਹਿਬ ਕਰਨੀ ਚਾਹੀਦੀ ਆ। ਜੇ ਬੈਠ ਕੇ ਕਰਨੀ ਵੀ ਹੋਵੇ ਤੇ ਉਹ ਹੱਥ ਉੱਚਾ ਚੁੱਕ ਕੇ ਕਰਨੀ ਚਾਹੀਦੀ ਆ। ਜੇ ਬੈਠ ਕੇ ਕਰਨੀ ਆ ਨਾ ਚੌਰ ਸਾਹਿਬ ਦੀ ਸੇਵਾ, ਅੰਦਰ ਇਹ ਭਾਵਨਾ ਹੋਵੇ ਗੁਰੂ ਸਾਹਿਬ ਚੌਂਕੜਾ ਮਾਰ ਕੇ ਬੈਠੇ ਆ। ਕਦੀ ਨੋਟ ਕਰਿਓ ਹਰਿਮੰਦਰ ਸਾਹਿਬ ਸਿੰਘ ਸਾਹਿਬ ਜੀ ਹੱਥ ਨੂੰ ਪੂਰਾ ਉੱਚਾ ਚੁੱਕ ਕੇ ਚੌਰ ਸਾਹਿਬ ਕਰਦੇ ਆ, ਤੇ ਇੱਕ ਵਾਰ ਕੋਈ ਸਰੀਰ ਬਿਨਾਂ ਹੱਥ ਉੱਚਾ ਚੁੱਕੇ ਹੀ ਬੈਠ ਕੇ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ ਸੀ ਚੌਰ ਸਾਹਿਬ ਦੀ। ਬਾਬਾ ਨੰਦ ਸਿੰਘ ਜੀ ਸਾਹਮਣੇ ਬੈਠੇ, ਕਹਿਣ ਲੱਗੇ ਭਾਈ ਹੱਥ ਨੂੰ ਉੱਚਾ ਕਰਕੇ ਚੌਰ ਸਾਹਿਬ ਕਰੋ। ਬਾਰ-ਬਾਰ ਸਤਿਗੁਰੂ ਜੀ ਦੇ ਸੀਸ ਉੱਪਰ ਚੌਰ ਸਾਹਿਬ ਵੱਜ ਰਹੀ ਆ। ਇਹ ਆ ਨਿਰਮਲ ਭਾਵ ਜਿਹੜਾ ਮਹਾਂਪੁਰਖਾਂ ਨੇ ਸਾਨੂੰ ਦੱਸਿਆ। ਜਿੱਥੇ ਭਾਵਨਾ ਹੋਵੇਗੀ ਉੱਥੇ ਗੁਰੂ ਮਹਾਰਾਜ ਬਹੁਤ ਕਿਰਪਾ ਕਰ ਦੇਣਗੇ। ਇਹ ਗੱਲ ਤਾਂ ਸਾਰੀ ਭਾਵਨਾ ਦੀ ਆ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਧੁਰ ਦਰਗਾਹ ਤੋਂ ਡਿਊਟੀ ਲੈ ਕੇ ਆਏ ਸੀਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪ੍ਰਗਟ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਸੀ। ਇਹ ਡਿਊਟੀ ਲੱਗੀ ਹੁੰਦੀ ਆ ਮਹਾਂਪੁਰਖਾਂ ਦੀ। ਸੰਤ ਸਮੂਹ ਅਨੇਕ ਮਤੀ ਕੇ, ਉਹਨਾਂ ਨੇ ਆਪ ਪਹਿਲਾਂ ਪੂਰਨੇ ਪਾ ਕੇ ਸਾਰੀ ਲਕਾਈ ਨੂੰ ਜਾਂਚ ਸਿਖਾਈ, ਮਹਾਰਾਜ ਦੀ ਵਿਛਾਈ, ਗੁਰੂ ਦੇ ਦਰਬਾਰ ਨੂੰ ਕਿੱਦਾਂ ਸਜਾਉਣਾ ਹੈ। 12 ਸਾਲ ਹਜੂਰ ਸਾਹਿਬ ਗਾਗਰ ਦੀ ਸੇਵਾ ਕੀਤੀ ਮਹਾਂਪੁਰਖਾਂ ਨੇ। 12 ਸਾਲ ਉੱਥੇ ਆਕਾਸ਼ਬਾਣੀ ਹੋਈ। ਬਹੁਤ ਸਾਰੇ ਸਰੀਰਾਂ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਲਮਾਰੀਆਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਡੀ ਡਿਊਟੀ ਇਹ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪ੍ਰਗਟ ਕਰੋ। ਫਿਰ ਬਾਬਾ ਜੀ ਨੇ ਜਿਹੜੀ ਡਿਊਟੀ ਉੱਥੋਂ ਲੱਗੀ, ਕਿਉਂਕਿ ਹਜੂਰ ਸਾਹਿਬ ਤੋਂ ਬਹੁਤੇ ਮਹਾਂਪੁਰਖਾਂ ਨੂੰ ਡਿਊਟੀਆਂ ਮਿਲੀਆਂ ਨੇ, ਕਲਗੀਧਰ ਪਾਤਸ਼ਾਹ ਜੀ ਤੋਂ ਮਿਲਦੀ ਆ ਡਿਊਟੀ, ਉੱਥੋਂ ਹੀ ਲੱਗਦੀ ਆ, ਪਰ ਉਹ ਵਡਿਆਈ ਜਿਹੜੀ ਸਾਹਿਬ ਵੱਲੋਂ ਮਿਲਣੀ ਹੁੰਦੀ ਆ, ਕੋਈ ਕਿਸੇ ਮਹਾਂਪੁਰਖ ਨੂੰ ਮਿਲਣੀ ਆ, ਕੋਈ ਕਿਸੇ ਰੱਬ ਦੇ ਪਿਆਰੇ ਨੂੰ। ਫਿਰ ਬਾਬਾ ਜੀ ਨੇ ਜੋ ਸਤਿਕਾਰ ਪ੍ਰਗਟ ਕੀਤਾ, ਹਨੇਰੀ ਵਿੱਚ ਦੀਵੇ ਜਗਾਉਣ ਵਾਲੀ ਗੱਲ ਕੀਤੀ ਆ। ਉਹਨਾਂ ਨੇ ਚੱਲਦੀ ਹਨੇਰੀ ਵਿੱਚ ਦੀਵਾ ਜਗਾ ਕੇ ਦਿਖਾਇਆ। ਉਹਨਾਂ ਨੇ ਆਪ ਪਛਾਣਿਆ, ਸਾਨੂੰ ਦੱਸਿਆ ਇਹ ਵਰਕੇ ਨਹੀਂ ਜੀ, ਇਹ ਸਿਆਹੀ ਨਹੀਂ ਜੀ, ਹਾਜ਼ਰ ਨਾਜ਼ਰ ਗੁਰੂ ਹਨ। ਬਾਬਾ ਈਸ਼ਰ ਸਿੰਘ ਜੀ ਵੀ ਇੰਨਾ ਸਤਿਕਾਰ ਕਰਦੇ ਸੀ, ਇੰਨੀ ਭਾਵਨਾ ਸੀ, ਇੱਥੋਂ ਤੱਕ ਬਚਨ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੇ ਗੁਰੂ ਆ। ਬਰੀਕੀ ਗੱਲ ਇਹ ਆ ਵੀ ਇੱਕ ਆ ਵੀ ਕਿਤਾਬ ਸਮਝਣਾ, ਮਾਫ ਕਰਨਾ, ਬਹੁਤੇ ਲੋਕਾਂ ਦੀ ਭਾਵਨਾ ਨਹੀਂ ਬਣ ਪਾਉਂਦੀ। ਇੱਕ ਆ ਵੀ ਗੁਰੂ ਸਮਝਣਾ, ਇੱਕ ਆ ਗੁਰੂਆਂ ਦਾ ਗੁਰੂ ਸਮਝਣਾ, ਇਹ ਹੋਰ ਵੀ ਸਤਿਕਾਰ ਵਾਲੀ ਗੱਲ ਆ। ਕਿਸੇ ਨੇ ਪੁੱਛ ਲਿਆ, ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੇ ਗੁਰੂ ਕਿਵੇਂ ਹੋਏ? ਮਹਾਂਪੁਰਖਾਂ ਨੂੰ ਪੁੱਛਿਆ। ਬਾਬਾ ਜੀ ਕਹਿੰਦੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1708 ਈਸਵੀ ਦੇ ਵਿੱਚ ਮਹਾਰਾਜ ਨੂੰ ਮੱਥਾ ਟੇਕਿਆ, ਪਰਿਕਰਮਾ ਵੀ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਗੁਰੂ ਨੇ। ਇੰਨਾ ਸਤਿਕਾਰ ਕੀਤਾ। ਬਾਬਾ ਨੰਦ ਸਿੰਘ ਜੀ ਨੇ ਫਿਰ ਆਖਿਆ, ਭਾਈ ਬੰਦੇ ਦਾ ਜਿਹੜਾ ਜੀਵਨ ਹੈ ਉਹ ਹੋਰ ਪਾਸੇ ਨੂੰ ਕਿਉਂ ਜਾ ਰਿਹਾ? ਕਈ ਵਾਰੀ ਅਸੀਂ ਵੇਖਦੇ ਹਾਂ ਦੁਨੀਆ ਦੇ ਜਿਹੜੇ ਲੋਕ ਆ ਉਹਨਾਂ ਦਾ ਹਾਲ ਇਹ ਕਲਯੁਗ ਵਿੱਚ ਕਿੱਦਾਂ ਹੋਇਆ ਪਿਆ। ਬਾਬਾ ਨੰਦ ਸਿੰਘ ਜੀ ਨੇ ਬੜੀਆਂ ਬਰੀਕੀਆਂ ਕੱਢੀਆਂ ਕਿ ਉਹ ਗੁਰੂ ਦਾ ਅਦਬ ਸਤਿਕਾਰ ਨਹੀਂ ਕਰਦੇ। ਉਹਨਾਂ ਨੂੰ ਕਦੇ ਵੀ ਗੁਰੂ ਕੋਲੋਂ ਕੁਝ ਮਿਲ ਨਹੀਂ ਸਕੇਗਾ ਜਿਸ ਘਰ ਦੇ ਅੰਦਰ ਬਾਣੀ ਦਾ ਸਤਿਕਾਰ ਨਹੀਂ, ਗੁਟਕਾ ਸਾਹਿਬ ਦਾ ਸਤਿਕਾਰ ਨਹੀਂ। ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਵੇਂ ਖੁਸ਼ੀਆਂ ਲੈ ਜਾਣਗੇ? ਕਿਵੇਂ ਮਿਲਣਗੀਆਂ? ਨਹੀਂ ਮਿਲਣਗੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦੋਂ ਬਾਣੀ ਪੜ੍ਹਨੀ ਆ ਗੁਰਦੁਆਰਾ ਸਾਹਿਬ ਜਾ ਕੇ, ਚੌਥੀ ਗੱਲ ਜਿਹੜੀ ਆ, ਤੇ ਉਦੋਂ ਤੁਹਾਡੇ ਕੋਲ ਹਜੂਰੀਆ ਹੋਣਾ ਬਹੁਤ ਜ਼ਰੂਰੀ ਆ। ਕਿਉਂ? ਕਿਉਂਕਿ ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ ਮਹਾਰਾਜ ਦੀ, ਤੇ ਉਹ ਮੁੱਖ ਅੱਗੇ ਕੱਪੜਾ ਰੱਖਣਾ ਕਹਿੰਦੇ ਹੁੰਦੇ ਸੀ, ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਇਹਦੇ ਨਾਲ ਕੀ ਹੋਵੇਗਾ? ਬਾਣੀ ਦਾ ਸਤਿਕਾਰ ਹੋਵੇਗਾ ਜੀ। ਜਿੰਨਾ ਸਤਿਕਾਰ ਕਰੀਏ ਓਨਾ ਹੀ ਥੋੜ੍ਹਾ, ਜਿੰਨਾ ਸਤਿਕਾਰ ਹੋ ਜਾਵੇ ਉਹਦਾ ਹੀ ਫਲ ਮਿਲਦਾ ਬੰਦੇ ਨੂੰ। ਤਾਂ ਜਿਵੇਂ ਜਿਵੇਂ ਬਾਣੀ ਪੜ੍ਹਨੀ ਆ ਤਾਂ ਉਦੋਂ ਤੁਹਾਡੇ ਕੋਲ ਇੱਕ ਹਜੂਰੀਆ ਜਾਂ ਰੁਮਾਲ ਹੋਣਾ ਬਹੁਤ ਜ਼ਰੂਰੀ ਆ। ਕਈ ਵਾਰੀ ਅਸੀਂ ਸਿੱਧਾ ਹੀ ਬਾਣੀ ਪੜ੍ਹਦੇ ਹਾਂ, ਗੁਟਕਾ ਸਾਹਿਬ ਜ਼ਿਆਦਾ ਨੇੜੇ ਕਰ ਲੈਂਦੇ ਹਾਂ ਮੁੱਖ ਦੇ, ਅਤੇ ਆਮ ਹੀ ਇਹ ਕਈ ਵਾਰੀ ਦੇਖਣ 'ਚ ਆਉਂਦਾ ਵੀ ਕਈ ਪਾਠ ਕਰਨ ਲੱਗਿਆਂ ਮੂੰਹ ਅੱਗੇ ਕੱਪੜਾ ਨਹੀਂ ਰੱਖਦੇ। ਕਦੀ ਨੋਟ ਕਰਿਓ, ਜਦੋਂ ਅਸੀਂ ਬੋਲ ਕੇ ਪਾਠ ਕਰਦੇ ਹਾਂ ਉੱਚੀ, ਤਾਂ ਕਈ ਵਾਰੀ ਮੂੰਹ ਵਿੱਚੋਂ ਥੁੱਕ ਡਿੱਗ ਪੈਂਦੀ ਆ, ਅਤੇ ਮੂੰਹ ਅੱਗੇ ਕੱਪੜਾ ਨਾ ਰੱਖਿਆ ਹੋਵੇ ਅਤੇ ਥੁੱਕ ਉਹ ਗੁਟਕਾ ਸਾਹਿਬ ਦੇ ਉੱਪਰ ਵੀ ਡਿੱਗਦਾ। ਇਹ ਵੀ ਇੱਕ ਬਹੁਤ ਵੱਡੀ ਬੇਅਦਬੀ ਆ। ਫਿਰ ਅਸੀਂ ਕਹਿੰਦੇ ਹਾਂ ਅਸੀਂ ਪਾਠ ਤਾਂ ਕਰਦੇ ਹਾਂ ਪਰ ਸਾਨੂੰ ਸੁੱਖ ਨਹੀਂ ਮਿਲਿਆ, ਸਾਨੂੰ ਖੁਸ਼ੀਆਂ ਨਹੀਂ ਮਿਲੀਆਂ। ਤਾਂ ਕਰਕੇ ਜਦੋਂ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜਾਂ ਗੁਟਕਾ ਸਾਹਿਬ ਤੋਂ ਵੀ ਪਾਠ ਕਰਨਾ ਹੈ ਤਾਂ ਮੂੰਹ ਅੱਗੇ ਕੱਪੜਾ ਰੱਖਣਾ ਚਾਹੀਦਾ, ਰੁਮਾਲ ਹੋਵੇ, ਹਜ਼ੂਰੀਆ ਹੋਵੇ। ਬਾਬਾ ਜੀ ਤਾਂ ਸਮੱਤ ਦਿੰਦੇ ਹੁੰਦੇ ਸੀ, ਭਾਈ ਦੇਗ ਬਣਾਉਣ ਸਮੇਂ ਵੀ ਮੂੰਹ ਪਰਨੇ ਨਾਲ ਢਕਿਆ ਹੋਣਾ ਚਾਹੀਦਾ ਅਤੇ ਵਰਤਾਉਣ ਸਮੇਂ ਵੀ। ਕਦੀ ਨੋਟ ਕਰਿਓ, ਕਈ ਲੋਕ ਪਾਠ ਤਾਂ ਕਰਦੇ ਆ, ਮਾਫ ਕਰਨਾ, ਅਤੇ ਨਾਲ ਆਪਣੇ ਹੱਥ ਪੈਰਾਂ ਨੂੰ ਵੀ ਲਾ ਦਿੰਦੇ ਆ, ਕਦੇ ਨੱਕ ਨੂੰ ਵੀ, ਕਦੇ ਮੂੰਹ ਨੂੰ ਵੀ, ਕਦੇ ਕੰਨ ਦੇ ਵਿੱਚ ਵੀ ਉਂਗਲ ਮਾਰ ਦਿੰਦੇ ਆ, ਕਦੇ ਸਰੀਰ ਦੇ ਕਿਸੇ ਅੰਗ 'ਤੇ ਖਾਰਸ਼ ਕਰ ਲੈਂਦੇ ਆ। ਬੰਦੇ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ। ਤੁਸੀਂ ਇਹ ਚੀਜ਼ਾਂ ਨੋਟ ਜੇ ਕਰੋਗੇ ਨਾ ਤੁਹਾਨੂੰ ਪਤਾ ਲੱਗੇ। ਹੋ ਸਕਦਾ ਤੁਸੀਂ ਵੀ ਇਹ ਗਲਤੀ ਕਰਦੇ ਹੋਵੋ ਜਾਂ ਹੋਈਆਂ ਹੋਣ। ਤਾਂ ਜਦੋਂ ਬੰਦੇ ਨੂੰ ਗਿਆਨ ਆ ਜਾਵੇ ਉਦੋਂ ਬਾਅਦ ਜੇ ਉਹ ਗਲਤੀ ਕਰਦਾ ਫਿਰ ਗੁਨਾਹ, ਜੇ ਹਾਂ ਪਹਿਲਾਂ ਪਤਾ ਨਹੀਂ ਸੀ ਉਹ ਗੱਲ ਵੱਖਰੀ ਆ। ਅਤੇ ਇਵੇਂ ਫਿਰ ਨਾ ਕਿਸੇ ਸਰੀਰ ਦੇ ਹਿੱਸੇ 'ਤੇ ਖਾਰਸ਼ ਕਰੀ ਜਾਣੀ, ਤਾਂ ਇਹ ਚੀਜ਼ਾਂ ਜਿਹੜੀਆਂ ਇਹ ਬੇਅਦਬੀ ਵਿੱਚ ਹੀ ਆ ਜਾਂਦੀਆਂ ਨੇ। ਇਹਨੂੰ ਆਪਾਂ ਸੂਖਮ ਬੇਅਦਬੀ ਕਹਿ ਸਕਦੇ ਹਾਂ ਚਲੋ, ਪਰ ਇਹ ਸੂਖਮ ਭੁੱਲਾਂ ਦੇ ਵਿੱਚ ਆ ਜਾਂਦੀਆਂ ਨੇ। ਪਰ ਜੇ ਪਤਾ ਹੋਵੇ ਫਿਰ ਵੀ ਬੰਦਾ ਗਲਤੀਆਂ ਕਰੇ ਫਿਰ ਤਾਂ ਮਾੜੀ ਗੱਲ ਆ ਨਾ। ਤਾਂ ਇਵੇਂ ਫਿਰ ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸੀ, ਭਾਈ ਚਾਹੇ ਸੈਂਚੀਆਂ ਤੋਂ ਪਾਠ ਕਰਨਾ ਹੈ, ਪੋਥੀ ਸਾਹਿਬ ਤੋਂ, ਅਤੇ ਜਾਂ ਫਿਰ ਗੁਟਕਾ ਸਾਹਿਬ ਤੋਂ,
ਮੁੱਖ ਦੇ ਅੱਗੇ ਕੱਪੜਾ ਰੱਖਣਾ ਬਹੁਤ ਜ਼ਰੂਰੀ ਆ। ਤੇ ਜੇ ਕਿਸੇ ਅੰਗ ਤੇ ਖਾਰਸ਼ ਕਰਨੀ ਹੋਵੇ, ਗਲੇ ਵਿੱਚ ਹਮੇਸ਼ਾ ਹਜੂਰੀਆ ਪਾ ਕੇ ਬੈਠੋ। ਇਹ ਹਜੂਰੀਏ ਦੇ ਨਾਲ ਕਰਨੀ ਚਾਹੀਦੀ ਆ। ਮੰਨ ਲਓ ਆਪਣੇ ਹੱਥ ਦੇ ਉੱਪਰ, ਬਾਂਹ ਦੇ ਉੱਪਰ ਹੀ ਖਾਰਸ਼ ਕਰਨੀ ਆ, ਹਜੂਰੀਏ ਨਾਲ ਤੁਸੀਂ ਕਰ ਸਕਦੇ ਹੋ। ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇੱਕ ਵਾਰੀ ਨਾ ਇਹ ਘਟਨਾ ਵਾਪਰੀ ਸੀਗੀ। ਕੋਈ ਗੁਰਮੁਖ ਪਿਆਰਾ ਪਾਠ ਕਰ ਰਿਹਾ ਸੀ ਤੇ ਨਾਲ ਨਾਲ ਆਪਣੇ ਸੱਜੇ ਹੱਥ ਦੇ ਨਾਲ ਪੈਰ ਦੇ ਅੰਗੂਠੇ ਤੇ ਖਾਰਸ਼ ਹੋ ਗਈ ਹੋਣੀ ਕਿਤੇ, ਉਹਨੂੰ ਪਤਾ ਨਹੀਂ ਲੱਗਾ, ਅਚਨਚੇਤ ਖਾਰਸ਼ ਕਰਨ ਲੱਗਾ। ਉਸੇ ਵੇਲੇ ਮਹਾਂਪੁਰਖ ਜਿਹੜੇ ਸੀਗੇ ਉਹਨਾਂ ਦਾ ਮਨ ਕੰਬ ਗਿਆ। ਉਹ ਦੇਖਿਆ ਵੀ ਉਹੀ ਪੈਰ ਵਾਲੇ ਹੱਥ ਨਾਲ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ, ਉਹਨਾਂ ਦੀ ਇਹ ਰੱਬੀ ਬਾਣੀ ਗੁਟਕਾ ਸਾਹਿਬ, ਉਹਦਾ ਉਹਨਾਂ ਨੇ ਅੰਗ ਬਦਲਿਆ। ਜਦੋਂ ਵੀ ਇਸ ਤਰ੍ਹਾਂ ਪਾਠ ਕਰਨਾ ਹੈ, ਤੁਹਾਡੇ ਕੋਲ ਹਜੂਰੀਆ ਹੋਣਾ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ। ਕਿਸੇ ਦੇ ਘਰੇ ਅਖੰਡ ਪਾਠ ਰੱਖਿਆ ਹੋਇਆ ਸੀ, ਰੱਬ ਦੇ ਪਿਆਰਿਆਂ ਨੂੰ ਕਿਸੇ ਨੇ ਕਿਹਾ ਭਾਈ ਆਓ, ਚਾਹੇ 4-5 ਮਿੰਟ ਲਈ ਆਓ। ਜਦੋਂ ਉਹਨਾਂ ਦੇ ਘਰ ਵਿੱਚ ਗਏ, ਜਿੱਥੇ ਪਾਠ ਚੱਲ ਰਿਹਾ, ਸੋਚਿਆ ਵੀ 5-7 ਮਿੰਟ ਬੈਠ ਕੇ ਪਾਠ ਸਰਵਣ ਕਰਦੇ ਆ। ਗੁਰੂ ਕੇ ਲਾਲ ਪਾਠੀ ਸਿੰਘ ਜੀ ਪਾਠ ਕਰ ਰਹੇ ਆ। ਜਦੋਂ ਉਹ ਬੈਠੇ ਤੇ ਉਹਨਾਂ ਉੱਚੀ ਬੋਲ ਕੇ ਪਾਠ ਕਰਨਾ ਸ਼ੁਰੂ ਕੀਤਾ। ਬੜੀ ਖੁਸ਼ੀ ਹੋਈ, ਪ੍ਰੇਮ ਦੇ ਵਿੱਚ ਭਿੱਜ ਕੇ ਪਾਠ ਕਰ ਰਹੇ ਆ। ਕੋਈ ਵੀ ਸ਼ੁੱਧ ਪਾਠ ਕਰ ਰਿਹਾ ਹੋਵੇ, ਸੁਣਨ ਦਾ ਆਨੰਦ ਹੀ ਵੱਖਰਾ ਹੈ। ਅਸੀਂ ਜਦੋਂ ਉਹ ਕਹਿੰਦੇ ਬੈਠ ਕੇ ਪਾਠ ਸੁਣਨ ਲੱਗੇ ਮਹਾਂਪੁਰਖਾਂ ਦੇ ਨਾਲ ਜਿਹੜੇ ਸੀਗੇ, ਤੇ ਉਹ ਪਾਠੀ ਸਿੰਘ ਨੂੰ ਸ਼ਾਇਦ ਕਿਸੇ ਮਹਾਂਪੁਰਖਾਂ ਦੀ ਸੰਗਤ ਨਹੀਂ ਸੀ ਪ੍ਰਾਪਤ ਹੋਈ। 3-4 ਮਿੰਟ ਬੀਤੇ ਹੋਣਗੇ, ਉਹਨੇ ਪਾਠ ਕਰਦੇ ਕਰਦੇ ਆਪਣੇ ਸੱਜੇ ਹੱਥ ਨਾਲ ਆਪਣੀ ਪੱਗ ਉੱਚੀ ਚੁੱਕ ਕੇ ਕੰਨ ਦੇ ਅੰਦਰ ਉਂਗਲ ਮਾਰ ਕੇ ਖਾਰਸ਼ ਕਰਨੀ ਸ਼ੁਰੂ ਕੀਤੀ। ਇਹ ਵੇਖ ਕੇ ਮਹਾਂਪੁਰਖਾਂ ਨੇ ਫਿਰ ਉਹਨੂੰ ਰੋਕਿਆ ਕਿ ਕੰਨ ਵਿੱਚ ਤਾਂ ਮੈਲ ਵੀ ਹੁੰਦੀ ਆ। ਤੇ ਜਦੋਂ ਅੰਗ ਪੂਰਾ ਹੋਣ ਤੇ ਉਹਨੇ ਉਸੇ ਉਂਗਲ ਨਾਲ ਅੰਗ ਬਦਲਿਆ ਨਾ, ਤੇ ਰਿਹਾ ਨਹੀਂ ਗਿਆ ਫਿਰ। ਤੇ ਕਿਹਾ ਭਾਈ ਇਹ ਪਾਠੀ ਸਿੰਘ ਜਿਹੜੇ ਆ ਨਾ, ਇਹਨਾਂ ਨੂੰ ਜਦੋਂ ਰੌਲ ਬਦਲੇਗੀ, ਮਰਿਆਦਾ ਵੀ ਦੱਸਣੀ ਪਵੇਗੀ। ਜਦੋਂ ਉੱਠੇ ਉਹ ਪਾਠ ਕਰਕੇ, ਮਹਾਂਪੁਰਖਾਂ ਨੇ ਨਾ ਫਿਰ ਗੁੱਸੇ ਨਾਲ ਨਹੀਂ, ਦੇਖੋ ਗੁੱਸੇ ਨਾਲ ਨਹੀਂ ਕਿਸੇ ਨੂੰ ਆਪਾਂ ਸਮਝਾ ਸਕਦੇ, ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਭਾਈ ਸਾਹਿਬ ਜੀ ਹੋ ਸਕਦਾ ਤੁਹਾਨੂੰ ਪਤਾ ਨਾ ਹੋਵੇ, ਪਰ ਤੁਹਾਡੇ ਤੋਂ ਇੱਕ ਗਲਤੀ ਹੋਈ ਹੈ, ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਫਿਰ ਉਹਨੇ ਪੁੱਛਿਆ ਵੀ ਕੀ, ਕਿਉਂਕਿ ਉਹ ਅਚਨਚੇਤ ਹੋ ਗਈ ਨਾ, ਬੰਦੇ ਨੂੰ ਮੈਂ ਕਹਿ ਰਿਹਾ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਤੁਹਾਡੇ ਕੋਲ ਜਦੋਂ ਗਲ ਵਿੱਚ ਹਜੂਰੀਆ ਪਾਇਆ ਹੋਵੇਗਾ, ਇੱਕ ਤਾਂ ਸਤਿਕਾਰ ਵਧੇਗਾ, ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਦੋਂ ਤੁਸੀਂ ਪਾਠ ਕਰਨ ਸਮੇਂ ਹਜੂਰੀਆ ਵਰਤਣ ਲੱਗ ਗਏ। ਫਿਰ ਉਹਨਾਂ ਆਖਿਆ ਵੀ ਸ਼ਾਇਦ ਤੁਸੀਂ ਜਾਂ ਰਹਿਤ ਮਰਿਆਦਾ ਨਹੀਂ ਪੜ੍ਹੀ ਜਾਂ ਕਿਸੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ। ਫਿਰ ਉਹਨੇ ਆਪਣੀ ਗਲਤੀ ਮਹਿਸੂਸ ਕੀਤੀ ਵੀ ਮੈਨੂੰ ਪਤਾ ਨਹੀਂ ਸੀ, ਅੱਗੇ ਤੋਂ ਮੈਂ ਧਿਆਨ ਰੱਖੂੰਗਾ। ਤਾਂ ਇਹੀ ਚੀਜ਼ਾਂ ਹਨ ਨਿੱਕੀਆਂ ਨਿੱਕੀਆਂ ਜਿਨ੍ਹਾਂ ਦਾ ਸਾਨੂੰ ਧਿਆਨ ਕਰਨਾ ਚਾਹੀਦਾ। ਗੁਰੂ ਕਾ ਸਿੱਖ ਪਾਠ ਕਰਨ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੁਚੇਤ ਹੋ ਕੇ ਬੈਠੇ, ਨੱਕ ਪਿੰਡਾ ਖੁਰਕ ਕੇ ਹੱਥ ਧੋ ਕੇ ਆਵੇ। ਇਹ ਚੀਜ਼ਾਂ ਉਹਨੇ ਕਰਨੀਆਂ ਹਨ। ਤਾਂ ਬਾਬਾ ਜੀ ਬਚਨ ਕਰਦੇ ਸੀ, ਭਾਈ ਅਗਰ ਹਰ ਵੇਲੇ ਗਲੇ ਵਿੱਚ ਹਜੂਰੀਆ ਨਾ ਵੀ ਰੱਖ ਸਕੋ, ਜਦੋਂ ਗੁਰੂ ਜੀ ਦੀ ਹਜੂਰੀ ਵਿੱਚ ਜਾਓ ਤਾਂ ਗਲ ਵਿੱਚ ਪੱਲਾ ਪਾ ਕੇ ਜਾਓ। ਮਨ ਵਿੱਚ ਐਸੀ ਭਾਵਨਾ ਹੋਵੇ ਵੀ ਸਤਿਗੁਰੂ ਮਹਾਰਾਜ ਤੇਰਾ ਨਿਮਾਣਾ ਸਿੱਖ ਆਇਆ। ਇਸ ਤਰ੍ਹਾਂ ਕਰਨ ਨਾਲ ਸਤਿਕਾਰ ਵੀ ਵੱਧਦਾ। ਜਦੋਂ ਨਿਮਾਣੇ ਹੋ ਕੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਆ, ਬਹੁਤ ਕਿਰਪਾ ਹੋ ਜਾਂਦੀ ਹੈ। ਬਾਬਾ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਪਾਠੀ ਦੇ ਪਾਠ ਕਰਨ ਵਾਲੇ ਵਸਤਰ ਅਲੱਗ ਹੋਣੇ ਚਾਹੀਦੇ ਆ, ਜੋ ਸਿਰਫ ਪਾਠ ਵੇਲੇ ਹੀ ਪਹਿਨੇ ਜਾਣ। ਤਾਂ ਇਹ ਚੀਜ਼ਾਂ ਦੇਖੋ, ਇੱਥੋਂ ਹੀ ਪਤਾ ਲੱਗਦਾ ਨਾ ਕਿ ਮਹਾਂਪੁਰਖਾਂ ਨੇ ਕਿੰਨਾ ਸਤਿਕਾਰ ਕੀਤਾ ਬਾਣੀ ਦਾ। ਹਾਜ਼ਰ ਨਾਜ਼ਰ ਗੁਰੂ ਕਿਹਾ ਹੀ ਨਹੀਂ, ਮੰਨਿਆ ਵੀ ਆ। ਦੇਖੋ ਕਹਿਣਾ ਹੋਰ ਗੱਲ ਆ, ਮੰਨਣਾ ਹੋਰ ਗੱਲ ਆ। ਤੇ ਉਹਨਾਂ ਨੇ ਤਾਂ ਕਮਾਇਆ ਵੀ ਆ, ਆਪ ਕਮਾਇਆ, ਫਿਰ ਪਾਏ ਹੋਏ ਪੂਰਨਿਆਂ 'ਤੇ ਸਾਨੂੰ ਚੱਲਣ ਲਈ ਕਿਹਾ। ਤਾਂ ਆਓ ਜੀ, ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਹੈ, ਇਹ ਗੱਲਾਂ ਦਾ ਖਾਸ ਖਿਆਲ ਰੱਖਣਾ। ਸਤਿਨਾਮ ਸ੍ਰੀ ਵਾਹਿਗੁਰੂ ਕਹਿ ਕੇ ਅੰਦਰ ਦਾਖਲ ਹੋਣਾ ਹੈ ਜੀ। ਇਹ ਐਂਟਰੀ ਆਪਾਂ ਜਿਵੇਂ ਕਹਿ ਲਈਏ, ਜੋ ਦਾਖਲ ਹੋਣ ਤੋਂ ਪਹਿਲਾਂ ਸ਼ਬਦ ਕਹੇ ਜਾਂਦੇ ਆ, ਸਤਿਕਾਰ ਵਜੋਂ ਹਨ। ਫਿਰ ਦੂਜੀ ਗੱਲ, ਗਲੇ ਵਿੱਚ ਹਜੂਰੀਆ ਪਾ ਕੇ ਰੱਖਣਾ ਹੈ, ਪੈਰ ਧੋ ਕੇ ਚੰਗੀ ਤਰ੍ਹਾਂ ਜਰਾਬਾਂ ਉਤਾਰ ਕੇ ਜਾਣਾ ਹੈ। ਉੱਥੇ ਕਦੇ ਵੀ ਕਾਹਲੀ ਨਹੀਂ ਕਰਨੀ। ਗੁਰੂ ਸਾਹਿਬ ਕੋਲ ਜੇ ਆ ਕੇ ਸ਼ਾਂਤੀ ਨਾ ਆਈ, ਫਿਰ ਆਵੇਗੀ ਕਿੱਥੇ? ਤਾਂ ਇਹ ਜਿਹੜੇ 4 ਬਚਨ ਆ ਨਾ ਬਾਬਾ ਨੰਦ ਸਿੰਘ ਜੀ ਦੇ ਭਾਈ, ਤਾਂ ਇਹਨੂੰ ਪੱਲੇ ਬੰਨਣਾ।
ਤੇ ਮਹਾਂਪੁਰਖਾਂ ਦੇ ਬਚਨ, ਉਹਨਾਂ ਨੇ ਡਿਊਟੀ ਕਿੱਥੋਂ ਲੱਗੀ? ਹਜੂਰ ਸਾਹਿਬ ਤੋਂ। ਕਿਹਨੇ ਲਾਈ? ਕਲਗੀਧਰ ਪਾਤਸ਼ਾਹ ਜੀ ਨੇ। ਤਾਂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਚਨ ਕਰਦੇ ਆ ਭਾਈ, ਜਿਨ੍ਹਾਂ ਦੇ ਅੰਦਰ ਅਦਬ ਨਹੀਂ ਬਾਣੀ ਦਾ, ਉਹ ਸਿੱਖ ਵੀ ਨਹੀਂ ਹੋ ਸਕਦੇ। ਉਹ ਕਿਵੇਂ ਆਪਾਂ ਕਹਿ ਦਾਂਗੇ ਸਿੱਖ ਆ, ਸਿੰਘ ਆ, ਖਾਲਸੇ ਆ? ਨਹੀਂ ਜੀ। ਆਓ ਹੁਣ ਇਹ ਬਚਨਾਂ ਨੂੰ ਕਮਾਈਏ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਫਤਿਹ ਬੁਲਾਉਣੀ ਕਰੀਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।